देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार बीर दविंदर सिंह। सरदार बीर दविंदर सिंह साबका डिप्टी स्पीकर ने पंजाब विधान सभा दे। हुणे हुणे पंजाब विधान सभा जुड़ी सी, लेकिन जिहड़े मसले तय होए उन्हां बारे निरपक्ष तौर ते जे सब तो बेहतरीन राय किसी दी है तो सरदार साहब दी है। जी आया सरदार साहब। सत श्री अकाल जी, मेहरबानी रंधावा साहब। अच्छा सरदार साहब, ये विधान सभा तो उठ गई, लेकिन उस तो बाद बड़ी शांति है, बड़ी चुप आ। ये सव्या वर्गी शांति दे कोई अर्थ भी है? इनू किवें अपने शब्दां च बयानोगे? इनू मैं समझदा भी दो सतरां च बयान किया जा सकता जी कि उठ गई सभा हजूर दी, मसले विचार के जी तुर गए घरां नूं आजड़ी, बंदियां नूं चार के। क्या खूब है। हुण तुसीं ये कहोगे भी जी ये किस तरह जी ये खामोशी क्यों है? खामोशी एक तो इस करके है कि किसी नूं ये समझ ही नहीं आ रही भी होया की है। जी ना तो जिन्हां ने कीता उन्हां नूं पता लग्या, ना जिन्हां ने करवाया उन्हां नूं पता लग्या है जी। जी और जे मैं ये कहा कि पंजाब विधान सभा दा ये जिहड़ा विशेष सैशन सी जी किसानी दे मसले विचारन लई, ਉਹਦੇ ਚ जिस किस्म दियां इडियोसीज जिन्हां नूं कहने आपां बेवकूफियां है जी जी ਉਹ ਕੀਤੀਆਂ ਗਈਆਂ ਤੇ ਉਹ ਜਦੋਂ ਇਹ ਇਤਿਹਾਸ ਪੜ੍ਹਿਆ ਜਾਏਗਾ ਤੇ ਆਉਣ ਵਾਲੀਆਂ ਨਸਲਾਂ, ਜਨਰੇਸ਼ਨਸ ਜਾਂ ਕੋਈ ਸਟੂਡੈਂਟਸ, ਰਿਸਰਚ ਸਕਾਲਰ ਜੀ ਜਿਹੜੇ ਪਾਰਲੀਮੈਂਟਰੀ ਸਟੱਡੀਜ਼ ਨੂੰ ਦੇਖਣਗੇ ਤਾਂ ਇਹ ਸਭ ਤੋਂ ਕੌਮੀਕਲ ਸ਼ੋ ਉਹਨਾਂ ਦੇ ਸਾਹਮਣੇ ਚਿਤਵਿਆ ਜਾਏਗਾ ਇਸ ਸੈਸ਼ਨ ਦਾ। ਉਹ ਕਿਵੇਂ ਸਰ? ਹੁਣ ਉਹ ਇਸ ਤਰ੍ਹਾਂ, ਪਹਿਲੀ ਤਾਂ ਗੱਲ ਇਹ ਹੈ ਵੀ ਇਹ ਸੈਸ਼ਨ ਕਿਸਾਨ ਜਥੇਬੰਦੀਆਂ ਦੀ ਜ਼ਬਰਦਸਤ ਮੰਗ ਤੋਂ ਬਾਅਦ ਬੁਲਾਇਆ ਗਿਆ ਜੀ। ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਕੋਈ ਅਧਿਕਾਰ ਨਹੀਂ ਤੇ ਕੁਝ ਨਹੀਂ ਹੋਣਾ ਵਿਧਾਨ ਸਭਾ ਕੋਲ, ਫਿਰ ਉਹ ਮੰਨ ਜਾਂਦੇ ਨੇ। ਸੈਸ਼ਨ ਤਲਬ ਕਰ ਲਿਆ, ਸੈਸ਼ਨ ਤਲਬ ਕਰਕੇ ਇੱਕ ਮੀਟਿੰਗ ਹੁੰਦੀ ਹੈ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ, ਉਹਦੇ ਚ ਪ੍ਰਾਈਵੇਟ ਮੈਂਬਰਸ ਦੇ ਸਾਰੇ ਅਧਿਕਾਰ ਖੋਲੇ ਜਾਂਦੇ ਨੇ ਤੇ ਇਹ ਜਿਹੜੀ ਨਿਯਮਾਵਲੀ ਹੈਗੀ ਆ ਜਿਹਨੂੰ ਅਸੀਂ ਰੂਲਸ ਐਂਡ ਪ੍ਰੋਸੀਜਰ ਕੰਡਕਟ ਆਫ ਦੀ ਬਿਜ਼ਨਸ ਆਫ ਪੰਜਾਬ ਵਿਧਾਨ ਸਭਾ, ਉਹਦੀਆਂ ਉਹ ਸਾਰੀਆਂ ਮੱਦਾਂ ਜਿਹੜੀਆਂ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ, ਜਿਹਦੇ ਰਾਹੀਂ ਮੈਂਬਰਾਂ ਨੇ ਇਸ ਸਾਰੇ ਕੰਮਕਾਰ ਦੀ ਡਿਬੇਟ 'ਚ ਹਿੱਸਾ ਲੈਣਾ ਸੀ। ਸਮਝ ਗਏ ਨਾ ਜੀ। ਇਹ ਕਿਉਂ ਕੀਤਾ ਗਿਆ? ਕਿ ਸਾਜ਼ਿਸ਼ ਵਾਸਤੇ ਕੀਤਾ ਗਿਆ, ਕੁਝ ਸਮਝ ਨਹੀਂ ਆਇਆ। ਪਹਿਲੀ ਤਾਂ ਗੱਲ ਇਹ ਵਿਚਿੱਤਰ ਹੋਈ ਕਿ ਜਿਨ੍ਹਾਂ ਦੇ ਹੱਥ ਵੱਢੇ ਗਏ, ਜਿਨ੍ਹਾਂ ਦੀ ਜ਼ੁਬਾਨ ਵੱਢੀ ਗਈ, ਟੱਕਲੇ ਪਾਤੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਵੀ ਇਹ ਕੀ ਹੋ ਗਿਆ। ਕਿਸੇ ਇੱਕ ਵੀ ਮੈਂਬਰ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਫੈਸਲੇ ਤੇ ਇਤਰਾਜ਼ ਨਹੀਂ ਕੀਤਾ, ਨਾ ਵਿਰੋਧੀ ਧਿਰ ਦੇ ਲੀਡਰ ਨੇ, ਨਾ ਸ਼੍ਰੋਮਣੀ ਅਕਾਲੀ ਦਲ ਦੀ ਲੈਜਿਸਲੇਚਰ ਪਾਰਟੀ ਦੇ ਕਿਸੇ ਲੀਡਰ ਜੀ। ਇੱਕ ਤੇ ਇਹ ਪਹਿਲੀ ਵਾਰੀ ਜੱਗੋਂ 13ਵੀਂ ਗੱਲ ਹੋਈ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਇਤਨੀ ਖੁਫੀਆ ਤਰੀਕੇ ਨਾਲ ਆਈ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਉਹਦੇ ਚ ਤੀਰ ਕਿਹੜੇ ਚੱਲ ਗਏ ਤੇ ਕਿਉਂ ਚਲਾਏ ਗਏ ਜੀ। ਜਦ ਆਪਾਂ ਸਭ ਦਾ ਸਮਰਥਨ ਮੰਗਦੇ ਆ ਤਾਂ ਫਿਰ ਐਸਾ ਕੁਝ ਨਹੀਂ ਸੀ ਕਰਨਾ ਚਾਹੀਦਾ ਜੀ। ਦੂਸਰੀ ਗੱਲ ਇਹ ਕਿ ਇਹ ਜਿਹੜੇ 3 ਬਿੱਲ ਔਰ ਇੱਕ ਰੈਜ਼ੋਲੂਸ਼ਨ ਮਤਾ ਚੀਫ ਮਿਨਿਸਟਰ ਨੇ ਹੀ ਪੇਸ਼ ਕੀਤੇ ਤਿੰਨੇ ਜੀ। ਨਾ ਤਾਂ ਮਤਾ ਵਿਰੋਧੀ ਧਿਰ ਨੂੰ ਦਿੱਤਾ ਕਿਸੇ ਵੀ ਮੈਂਬਰ ਨੂੰ, ਤੇ ਨਾ ਇਹ ਬਿੱਲ। ਇਹ ਚਾਰੇ ਚੀਜ਼ਾਂ 10 ਵਜੇ ਅਸੈਂਬਲੀ 'ਚ ਜਦੋਂ ਸੈਸ਼ਨ ਸ਼ੁਰੂ ਹੋਇਆ ਉਦੋਂ ਮੁੱਖ ਮੰਤਰੀ ਨੇ ਪੜ੍ਹਤੀਆਂ ਜੀ, ਮਤਾ ਵੀ ਪੜ੍ਹਤਾ ਤੇ ਬਿੱਲ ਵੀ ਪੜ੍ਹਤੇ। ਹੁਣ ਤੁਸੀਂ ਕਮਾਲ ਦੀ ਗੱਲ ਦੇਖੋ, ਸੈਸ਼ਨ ਆਪਾਂ ਸੱਦਿਆ ਕਿ ਸਾਰੇ ਕਾਨੂੰਨ ਜਿਹੜੇ ਦੇਸ਼ ਦੀ ਪਾਰਲੀਮੈਂਟ ਨੇ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਨਾ ਜੀ।
ਇਹ ਸਾਡੇ ਫੈਡਰਲਿਜ਼ਮ ਤੇ ਹਮਲਾ ਹੈ ਤੇ ਪਾਰਲੀਮੈਂਟ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਕਿ ਜਿਹੜੇ ਸਬਜੈਕਟ ਸਾਡੀ ਕਨਕਰੈਂਟ ਲਿਸਟ ਜਾਂ ਸਟੇਟ ਲਿਸਟ ਤੇ ਨੇ ਉਹਦੀ ਵਾਇਓਲੇਸ਼ਨ 'ਚ ਇਹਨਾਂ ਨੇ ਇਹ ਤਿੰਨੇ ਕਾਨੂੰਨ ਬਣਾ ਕੇ ਲਾਗੂ ਕਰਤੇ ਔਰ ਸਦਨ ਜੁੜ ਗਿਆ। ਮੁੱਖ ਮੰਤਰੀ ਪਹਿਲਾ ਮਤਾ ਲਿਆਉਂਦੇ ਨੇ ਜੀ, ਜਿਹਦੇ 'ਚ ਉਹ ਤਿੰਨੇ ਉਹ ਕਾਨੂੰਨ, ਚੌਥਾ ਬਿਜਲੀ ਵਾਲਾ ਜੀ, ਉਹਨਾਂ ਸਾਰਿਆਂ ਨੂੰ ਮੂਲੋਂ ਰੱਦ ਕਰਦੇ ਨੇ। ਸਮਝ ਗਏ ਨਾ ਜੀ। ਇਹ ਰੈਜ਼ੋਲੂਸ਼ਨ ਆ ਗਿਆ, ਯੂਨਾਨੀਮਸਲੀ ਪਾਸ ਹੋ ਗਿਆ ਜੀ। ਇਹਦੇ 'ਚ ਵੀ ਕਿਸੇ ਦਾ ਕੋਈ ਉਜ਼ਰ ਨਹੀਂ, ਕੋਈ ਡਾਊਟ ਨਹੀਂ, ਕੋਈ ਅਮੈਂਡਮੈਂਟ। ਨਾਲ ਹੀ ਚੀਫ ਮਿਨਿਸਟਰ ਸਾਹਿਬ 3 ਬਿੱਲ ਲਿਆਉਂਦੇ ਨੇ ਜਿਹੜੇ ਉਹਨਾਂ ਪਾਰਲੀਮੈਂਟ ਵੱਲੋਂ ਪਾਸ ਕੀਤੇ ਸੈਂਟਰਲ ਫਾਰਮ ਲਾਜ਼ ਦੀਆਂ ਕੁਝ ਕਲਾਜ਼ਸ ਜਿਹੜੀਆਂ ਨੇ ਉਹਦੇ 'ਚ ਅਮੈਂਡਮੈਂਟ ਤਜਵੀਜ਼ ਕਰਦੇ ਨੇ ਜੀ। ਉਹਨਾਂ ਦੇ ਨਾਂ ਵੀ ਉਹੀ ਨੇ। ਜਿਹੜਾ ਟਾਈਟਲ ਆਫ ਦੀ ਬਿੱਲ ਇਟ ਇਜ਼ ਦੀ ਸੇਮ ਜੀ। ਔਰ ਉਹਦੀ ਜਿਹੜੀ ਇੰਟਰੋਡਕਟਰੀ ਹੈ ਉਹਦੇ 'ਚ ਡਿਫਾਈਨ ਕਰਦੇ ਨੇ ਕਿ ਆਹ ਜਿਹੜੇ 3 ਕਾਨੂੰਨ ਜਿਹੜੇ ਭਾਰਤ ਸਰਕਾਰ ਨੇ ਪਾਸ ਕੀਤੇ ਨੇ ਇਹਦੇ 'ਚ ਅਸੀਂ ਆਹ ਕੁਝ ਜ਼ਰੂਰੀ ਪੰਜਾਬ ਸਪੈਸੀਫਿਕ ਸੰਸ਼ੋਧਨ ਹੈ ਜੀ ਇਹ ਐਡ ਕਰਨਾ ਚਾਹੁੰਦੇ ਆ ਤੇ ਉਹਦੇ 'ਚ ਕਰ ਦਿੰਦੇ ਨੇ। ਹੁਣ ਹੋਇਆ ਕੀ, ਜਿਹੜਾ ਲੈਜਿਸਲੇਟਿਵ ਜਿਹੜੀ ਭਾਸ਼ਾ ਜੇ ਉਹਦੇ 'ਚ ਆਪਾਂ ਗੱਲ ਕਰਦੇ ਆ ਕਿ ਜਦ ਇਹ 3 ਬਿੱਲ ਮੁੱਖ ਮੰਤਰੀ ਜੀ ਪੇਸ਼ ਕਰਦੇ ਨੇ ਤਾਂ ਉਹਦੇ ਨਾਲ ਜਿਹੜਾ ਉਹਨਾਂ ਨੇ ਪਹਿਲਾ ਮਤਾ ਕੀਤਾ ਉਹ ਆਪਣੇ ਆਪ ਰੱਦ ਹੋ ਗਿਆ। ਕੁਦਰਤੀ ਹੈ ਜੀ। ਯੂ ਫੋਲੋਡ। ਬਿਲਕੁਲ। ਜਦੋਂ ਤੁਸੀਂ ਰੱਦ ਹੀ ਕਰ ਦਿੱਤੇ ਨੇ ਤੇ ਫਿਰ ਉਹਨਾਂ ਨੂੰ ਛੇੜਦੇ ਕਿਉਂ ਬਾਅਦ ਚ? ਉਹਨਾਂ ਕਾਨੂੰਨਾਂ 'ਚ ਤੁਸੀਂ ਪ੍ਰੋਵੀਜ਼ਨਸ ਕਿਵੇਂ ਐਡ ਕਰ ਸਕਦੇ ਹੋ? ਬਿਲਕੁਲ। ਦੈਨ ਮੈਟਰ ਐਂਡਸ ਹੀਅਰ। ਉਸ ਤੋਂ ਬਾਅਦ ਤੁਸੀਂ ਸਦਨ ਉਠਾ ਦਿਓ ਜਾਂ ਤੁਸੀਂ ਆਪਣਾ ਇੱਕ ਐਕਟ ਲਿਆਓ ਇੰਡੀਪੈਂਡੈਂਟ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਫਾਰਮਰਜ਼ ਪ੍ਰੋਟੈਕਸ਼ਨ ਐਕਟ ਜੀ 2020। ਸਮਝ ਗਏ ਨਾ? ਬਿਲਕੁਲ। ਉਹਦੇ 'ਚ ਤੁਸੀਂ ਉਹ ਸਾਰੀਆਂ ਚੀਜ਼ਾਂ ਡੀਲ ਕਰ ਲਓ ਜਿਹੜੀਆਂ ਇਹਨਾਂ ਤਿੰਨਾਂ ਐਕਟ 'ਚ ਕੀਤੀਆਂ ਜੀ। ਹੁਣ ਜਦੋਂ ਤੁਸੀਂ ਉਹਨਾਂ ਹੀ ਐਕਟਾਂ ਵਿੱਚ ਪ੍ਰੋਵੀਜ਼ਨਸ ਐਡ ਕਰਤੇ ਨੇ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਤਾਂ ਜਿਹੜਾ ਡੋਮੇਨ ਹੈਗਾ ਪਾਰਲੀਮੈਂਟ ਦਾ ਉਸ ਨੂੰ ਐਕਸੈਪਟ ਕਰ ਲਿਆ ਹੈਗਾ। ਤੁਸੀਂ ਮੰਨ ਰਹੇ ਹੋ, ਆਲਰੇਡੀ ਮੰਨ ਰਹੇ ਹੋ ਸਾਰਾ ਕੁਝ। ਜੂਰਿਸਡਿਕਸ਼ਨਲ ਜਿਹੜਾ ਡੋਮੇਨ ਹੈ ਜੀ ਉਹਨੂੰ ਤੁਸੀਂ ਐਕਸੈਪਟ ਕਰ ਲਿਆ ਜੀ। ਹੁਣ ਤੁਸੀਂ ਉਸ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਨਹੀਂ ਕਰ ਸਕਦੇ ਜੀ। ਔਰ ਲੁਤਫ ਦੀ ਗੱਲ ਇਹ ਹੈ ਕਿ ਸਾਰਾ ਕੁਝ ਚੀਫ ਮਿਨਿਸਟਰ ਨੇ ਹੀ ਪੇਸ਼ ਕੀਤਾ ਜੀ। ਰੈਜ਼ੋਲੂਸ਼ਨ ਵੀ ਉਹਨਾਂ ਨੇ ਪੇਸ਼ ਕੀਤਾ, ਬਿੱਲ ਵੀ ਉਹਨਾਂ ਨੇ ਪੇਸ਼ ਕੀਤੇ। ਜਿਹੜੇ ਬਿੱਲ ਪੇਸ਼ ਕੀਤੇ ਉਹਦੀ ਭਾਸ਼ਾ, ਉਹਦੀ ਲੈਂਗੁਏਜ, ਉਹਦੀ ਬਾਡੀ, ਉਸ ਨੇ ਤੁਹਾਡਾ ਰੈਜ਼ੋਲੂਸ਼ਨ ਜਿਹੜਾ ਸੀ ਉਹਨੂੰ ਅਨਲ ਕਰਤਾ, ਉਹਨੂੰ ਰੱਦੀ ਦੀ ਟੋਕਰੀ 'ਚ ਸਿੱਟਤਾ। ਬਿਲਕੁਲ। ਬਿੱਲ ਜਿਹੜੇ ਨੇ ਜਦੋਂ ਤੁਸੀਂ ਕੇਂਦਰ ਦੇ ਕਾਨੂੰਨਾਂ ਦੇ ਵਿੱਚ ਕੋਈ ਸੋਧ ਕਰਕੇ ਉਹਦੇ 'ਚ ਪ੍ਰੋਵੀਜ਼ੋ ਪੰਜਾਬ ਸਪੈਸੀਫਿਕ ਸ਼ਾਮਲ ਕਰਦੇ ਹੋ ਜੀ, ਜੇ ਤੁਸੀਂ ਜਾਣ ਬੁੱਝ ਕੇ ਕੌਨਸ਼ੀਅਸਲੀ ਸੋਚ ਵਿਚਾਰ ਕੇ ਉਹ ਸ਼ਾਮਲ ਕੀਤੇ ਨੇ, ਫਿਰ ਇਹਨਾਂ ਨੂੰ ਗਵਰਨਰ ਕੋਲ ਨਹੀਂ ਸੀ ਜਾਣਾ ਚਾਹੀਦਾ। ਸਮਝ ਗਏ ਨਾ ਜੀ। ਫੌਰੀ ਤੌਰ ਤੇ ਗਵਰਨਰ ਤਾਂ ਰਾਸ਼ਟਰਪਤੀ ਦਾ ਥਾਣੇਦਾਰ ਆ ਪੰਜਾਬ ਦਾ। ਬਿਲਕੁਲ। ਜਿਹੜੇ 3 ਕਾਨੂੰਨ ਰਾਸ਼ਟਰਪਤੀ ਨੇ ਦਸਤਖਤ ਕਰਕੇ ਉਹ ਨੋਟੀਫਾਈ ਹੋ ਗਏ, ਗੈਜਟ ਆਫ ਇੰਡੀਆ 'ਚ ਉਹਨਾਂ ਦੀ ਪ੍ਰਕਾਸ਼ਨਾ ਹੋ ਗਈ ਹੈ ਜੀ, ਉਹਨਾਂ ਦੇ ਵਿਰੋਧ 'ਚ ਕੰਟਰਾਡਿਕਟਰੀ ਜੇ ਤੁਸੀਂ ਕੋਈ ਪ੍ਰੋਵੀਜ਼ਨ ਉਹਦੇ 'ਚ ਐਡ ਕਰਦੇ ਹੋ ਤਾਂ ਉਸ ਨੂੰ ਐਸੈਂਟ ਜਿਹੜੀ ਹੈ ਗਵਰਨਰ ਨਹੀਂ ਦੇ ਸਕਦਾ। ਬਿਲਕੁਲ ਠੀਕ ਹੈ। ਗਵਰਨਰ ਕੋਲ ਕੋਈ ਅਧਿਕਾਰ ਨਹੀਂ ਜੀ। ਉਹ ਰਾਸ਼ਟਰਪਤੀ ਕੋਲ ਹੀ ਜਾਣੇ ਸੀ।
ਇਹ ਪਤਾ ਨਹੀਂ ਕਿਹਨੇ ਇਹਨਾਂ ਨੂੰ ਰਾਇ ਦਿੱਤੀ। ਪਹਿਲਾਂ ਰਾਮ ਗਊਆਂ ਦਾ ਚੌਣਾ ਬਣ ਕੇ ਸਾਰੇ ਗਵਰਨਰ ਦੇ ਚਲੇ ਗਏ ਜੀ। ਗਵਰਨਰ ਸਾਹਿਬ ਨੇ ਬਿਲਕੁਲ ਸਿਰੇ ਲਾਤੀ। ਇੰਨੀ ਬੇਇੱਜ਼ਤੀ ਜਿਹੜੀ ਹੈ ਨਾ, ਖੁਆਰੀ, ਮੈਂ ਆਪਣੀ ਸਾਰੀ ਜ਼ਿੰਦਗੀ 'ਚ ਕਦੇ ਪੰਜਾਬ ਵਿਧਾਨ ਸਭਾ ਦੀ ਜਾਂ ਵਿਧਾਇਕਾਂ ਦੀ ਨਹੀਂ ਦੇਖੀ ਕਿ ਜਦੋਂ ਗਏ ਉੱਥੇ ਰੱਸੇ ਲਾਤੇ ਗਵਰਨਰ ਸਾਹਿਬ ਨੇ, ਅੰਦਰ ਇੱਕ ਰੱਸਾ ਲਾਤਾ ਤੇ ਐਮਐਲਏ ਨੂੰ ਕਿਹਾ ਰੱਸੇ ਦੇ ਪਰਲੇ ਪਾਸੇ ਖੜੋ, ਅੱਗੇ ਨਹੀਂ ਆਉਣਾ ਕਿਤੇ। ਅੱਛਾ ਜੀ। ਔਰ ਖੜੇ ਹੀ ਰੱਖੇ, ਕਿਸੇ ਨੂੰ ਬੈਠਣ ਲਈ ਕੁਰਸੀ ਨਹੀਂ ਦਿੱਤੀ। ਸਿਰਫ ਕੁਰਸੀ ਇੱਕ ਮੁੱਖ ਮੰਤਰੀ ਲਈ ਡਾਈ ਸੀ ਤੇ ਇੱਕ ਗਵਰਨਰ ਲਈ ਤੇ ਸ਼ਾਇਦ ਇੱਕ ਕੁਰਸੀ ਹੋਰ ਸੀ। ਤੇ ਇਹ ਸਾਰੇ ਸ਼ੇਰ ਉੱਥੇ ਆਪਣੀਆਂ ਫੋਟੋਆਂ ਲਵਾ ਕੇ ਤੇ ਆਪਣਾ ਉਹ ਕਾਗਜ਼ ਪੱਤਰ ਦੇ ਕੇ ਆ ਗਏ। ਚੀਫ ਮਿਨਿਸਟਰ ਸਾਹਿਬ ਬਾਰ-ਬਾਰ ਛਾਤੀ ਤੇ ਹੱਥ ਮਾਰ ਕੇ ਕਹਿ ਰਹੇ ਸੀ ਕਿ ਆ ਮੇਰੀ ਜੇਬ 'ਚ ਹੈ ਅਸਤੀਫਾ। ਉਹ ਇੱਕ ਵਾਰੀ ਹੱਥ ਜੇਬ ਨੂੰ ਪਾਇਆ ਵੀ ਸੀ, ਪਰ ਕਿਉਂਕਿ ਹੈ ਨਹੀਂ ਸੀ, ਉਹਨਾਂ ਨੂੰ ਯਾਦ ਆਇਆ ਅਸਤੀਫਾ ਤਾਂ ਹੈ ਨਹੀਂ। ਬਿਲਕੁਲ ਬਿਲਕੁਲ। ਫਿਰ ਉਹਨਾਂ ਨੇ ਵਿਖਾਇਆ ਨਹੀਂ ਕਿਸੇ ਨੂੰ ਕੱਢ ਕੇ ਜੀ, ਨਹੀਂ ਤਾਂ ਝੂਠਾ ਮੁੱਠਾ ਪਾ ਕੇ ਲੈ ਆਉਂਦੇ, ਏਦਾਂ ਦਿਖਾ ਦਿੰਦੇ ਜਿਵੇਂ ਸੁਖਵੀਰ ਸਿੰਘ ਬਾਦਲ ਉਹਦੀ ਚਿੱਠੀ ਤੋਮਰ ਦੀ ਦਿਖਾਉਂਦੇ ਸੀ। ਚਲੋ ਖਾਲੀ ਆ ਦੇਖੋ, ਖਾਲੀ ਕਾਗਜ਼ ਹੀ ਰੱਖ ਲੈਂਦੇ ਜੇਬ 'ਚ, ਕੁਛ ਤਾਂ ਕਰਦੇ ਨਾ ਜੀ। ਲੇਕਿਨ ਮੈਂ ਇੱਕ ਗੱਲ ਰੰਧਾਵਾ ਸਾਹਿਬ ਕਹਿਣਾ ਚਾਹੁੰਦਾ ਜੀ, ਬਈ ਅਸਤੀਫਾ ਜੇਬ 'ਚ ਔਰ ਮੇਜ਼ ਤੇ ਹੋਣ ਦੇ ਦੋਵਾਂ ਦੇ ਅਰਥ ਵੱਖੋ ਵੱਖਰੇ ਨੇ ਜੀ, ਸਮਝ ਗਏ ਨਾ ਜੀ। ਜੇ ਉਹੀ ਅਸਤੀਫਾ ਗਵਰਨਰ ਦੇ ਮੇਜ਼ ਤੇ ਰੱਖ ਦਿੱਤਾ ਜਾਂਦਾ ਜੀ, ਨਾਲ ਉਹ ਬਿੱਲ ਦੇ ਦਿੱਤੇ ਜਾਂਦੇ ਵੀ ਜੀ ਆਹ ਦੋ ਕਾਗਜ਼ ਪਏ ਨੇ, ਇਹਨਾਂ ਦੋਨਾਂ ਚੋਂ ਇੱਕ ਤੇ ਦਸਤਖਤ ਕਰ ਦੋ ਜੀ, ਜਾਂ ਤਾਂ ਬਿੱਲਾਂ ਤੇ ਕਰ ਦੋ, ਅਸਤੀਫਾ ਮੈਂ ਚੱਕ ਲੈਣਾ, ਜਾਂ ਫਿਰ ਅਸਤੀਫੇ ਤੇ ਕਰ ਦਿਓ ਤੇ ਮਾਮਲਾ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਜਾਊਗਾ ਤੇ ਜੋ ਮਰਜ਼ੀ ਉਹ ਫੈਸਲਾ ਕਰਨ ਜੀ। ਪਰ ਕਿਉਂਕਿ ਇਹ ਸਾਰਾ ਕੁਝ ਜਿਹੜਾ ਸੀ ਇਹ ਆਪਟਿਕ ਸੀਗਾ, ਲੋਕਾਂ ਲਈ ਇੱਕ ਦਿਖਾਵਾ ਹੋ ਰਿਹਾ ਸੀਗਾ, ਇਸ ਕਰਕੇ ਕਿਸੇ ਵੀ ਗੱਲ ਦਾ ਕੋਈ ਵਜਨ ਨਹੀਂ ਬਣ ਸਕਿਆ ਜੀ। ਜਿਹੜੇ ਰਾਮ ਗਊਆਂ ਦਾ ਚੌਣਾ ਬਣ ਕੇ ਨਾਲ ਗਏ, ਦੇਖੋ ਨਾ, ਇੱਕ ਇਹ ਕਿੰਨੀ ਵੱਡੀ ਤਰਾਸਦੀ ਹੈ ਪੰਜਾਬ ਦੀ ਜੀ ਕਿ ਪੰਜਾਬ ਦੀ ਮੇਨ ਰੈਕਗਨਾਈਜ਼ਡ ਆਪੋਜੀਸ਼ਨ, ਜਿਨ੍ਹਾਂ ਨੇ ਸਾਰੀ ਰਾਤ ਜਾਗ ਕੇ ਅਗਲੇ ਦਿਨ ਦੇ ਇਸ ਅਤੀ ਮਹੱਤਵਪੂਰਨ ਸੈਸ਼ਨ ਦੀ ਤਿਆਰੀ ਕਰਨੀ ਸੀ, ਉਹ ਸਾਰੀ ਰਾਤ ਵਿਧਾਨ ਸਭਾ 'ਚ ਦੇ ਸੋਫਿਆਂ ਤੇ ਕੁਰਾੜੇ ਮਾਰਦੇ ਰਹੇ ਜੀ। ਜਿਹੜੀ ਦੂਜੀ ਧਿਰ ਸੀ ਸ਼੍ਰੋਮਣੀ ਅਕਾਲੀ ਦਲ ਦੀ, ਉਹ ਸਾਰਾ ਦਿਨ ਆਪਣਾ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਐਮਐਲਏਜ਼ ਨੂੰ ਲੈ ਕੇ ਪੰਜਾਬ ਭਵਨ ਦੇ ਦਰਵਾਜ਼ੇ ਤੇ ਹੌਲਦਾਰਾਂ ਸਿਪਾਹੀਆਂ ਨਾਲ ਲੜੀ ਗਏ ਵੀ ਅਸੀਂ ਸਾਨੂੰ ਅੰਦਰ ਵੜਨਾ, ਸਾਨੂੰ ਅੰਦਰ ਵੜਨ ਦਿਓ। ਦੱਸੋ ਉਹ ਕਿਹੜਾ ਜਮਰੌਦ ਦਾ ਕਿਲਾ ਸੀ ਜਿਹਦੇ 'ਚ ਤੁਸੀਂ ਪ੍ਰਵੇਸ਼ ਕਰਨ ਲਈ ਸਾਰਾ ਦਿਨ ਜਦੋਜਹਿਦ ਕੀਤੀ? ਤਿਆਰੀ ਤਾਂ ਅਗਲੇ ਦਿਨ ਦੇ ਸੈਸ਼ਨ ਦੀ ਕਰਨੀ ਸੀ। ਬਿਲਕੁਲ ਠੀਕ। ਮੈਂ ਇਹ ਇਸ ਕਰਕੇ ਦੋ ਤਿੰਨ ਉਦਾਹਰਨਾਂ ਤੁਹਾਨੂੰ ਦੇ ਰਿਹਾ ਵੀ ਅਸੀਂ ਕਿਵੇਂ ਹਾਰੇ ਆ ਸਾਰੇ ਪਾਸਿਓਂ ਜੀ, ਕਿਵੇਂ ਡਿਫੀਟ ਹੋਇਆ ਪੰਜਾਬ ਦਾ ਕਿਸਾਨ, ਤੇ ਕਿਹਨਾਂ ਲੋਕਾਂ ਦੇ ਅਸੀਂ ਵਸ ਪੈ ਗਏ ਜੀ। ਵਿਧਾਨ ਸਭਾ 'ਚ ਯੂਨਾਨੀ ਮਸਲੀ ਸਭ ਕੁਝ ਪਾਸ ਕਰਤਾ, ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਉੱਥੇ ਵੀ ਚਲੇ ਗਏ, ਰਾਜ ਭਵਨ ਵੀ ਸਾਰੇ ਇਕੱਠੇ ਹੋ ਕੇ ਫੋਟੋਆਂ ਲਵਾ ਲਈਆਂ। ਕਾਂਗਰਸ ਵਾਲਿਆਂ ਨੇ ਲੱਡੂ ਵੰਡਣੇ ਸ਼ੁਰੂ ਕਰਤੇ, ਭੰਗੜੇ ਪਾਉਣੇ ਸ਼ੁਰੂ ਕਰਤੇ ਜੀ। ਸ਼ਾਮ ਨੂੰ ਯੂ ਟਰਨ ਸ਼ੁਰੂ ਹੋ ਗਈ। ਮਜੀਠੀਏ ਨੇ ਕਿਹਾ ਠੱਗੇ ਗਏ, ਉਧਰ ਭਗਵੰਤ ਮਾਨ ਨੇ ਕਿਹਾ ਧੋਖਾ ਹੋ ਗਿਆ। ਅੱਜ ਪ੍ਰੈਸ ਕਾਨਫਰੰਸ ਬੜੀ ਵੱਡੀ ਸੁਖਬੀਰ ਸਿੰਘ ਬਾਦਲ ਦੀ ਆ ਰਹੀ ਸੀਗੀ। ਹੁਣ ਕੀ ਕਰਾਂਗੇ ਆਪਾਂ? ਮਤਲਬ ਇੰਨੀ ਮੈਂ ਤਾਂ ਬੇਹੱਦ ਪਰੇਸ਼ਾਨ ਆ ਇਸ ਸਾਰੇ ਮਾਮਲੇ ਤੇ। ਕਈ ਕਿਸਾਨ ਨੇ ਆਪਣਾ ਰੇਲਾਂ ਦੇ ਧਰਨੇ ਚੱਕਤੇ ਜੀ, ਮਾਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਮਾਲ ਆਉਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਮੁਸਾਫਰ ਗੱਡੀਆਂ ਵੀ ਸ਼ੁਰੂ ਹੋ ਜਾਣਗੀਆਂ। ਮਹੀਨਾ ਆ ਗਿਆ ਕੱਤਕ ਦਾ, ਬਜਾਈਆਂ ਸ਼ੁਰੂ ਹੋ ਜਾਣੀਆਂ ਜੀ। ਕਿਸਾਨ ਨੂੰ ਮੁੜ ਕੇ ਆਪਣੇ ਖੇਤਾਂ ਵੱਲ ਨੂੰ ਜਾਣਾ ਪੈਣਾ ਕਿਉਂਕਿ ਉਹਦੀਆਂ ਮਜਬੂਰੀਆਂ ਉਹਨੂੰ ਵਾਜਾਂ ਮਾਰ ਰਹੀਆਂ ਨੇ ਜੀ। ਸਿਆਸਤਦਾਨਾਂ ਨੇ ਆਪਣੀ ਸਿਆਸਤ ਕਰ ਲਈ। 2022 ਦੀਆਂ ਚੋਣਾਂ ਸਭ ਨੂੰ ਦਿਖ ਰਹੀਆਂ ਨੇ। ਇਸ ਸਾਰੀ ਜਿਹੜੀ ਜਿੰਨੀ ਜਦੋਜਹਿਦ ਕਿਸਾਨ ਦੀ, ਜੋ ਕੁਝ ਕਿਸਾਨ ਦੇ ਨਾਲ ਹੋਇਆ, ਉਹਦੇ ਚੋਂ 2022 ਦੀਆਂ ਹੁਣ ਚੋਣਾਂ ਕੱਢਣ ਦੀਆਂ ਮਸ਼ਕਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਕਿਸਾਨ ਇਹ ਲੜਾਈ, ਮੈਂ ਇਹ ਗੱਲ ਬੜੀ ਜ਼ਿੰਮੇਵਾਰੀ
ਔਰ ਬਹੁਤ ਦੁੱਖ ਨਾਲ ਕਹਿ ਰਿਹਾ ਕਿ ਕਿਸਾਨ ਲੜਾਈ ਹਾਰ ਗਿਆ ਪੰਜਾਬ ਦਾ ਜੀ, ਔਰ ਬਹੁਤ ਵੱਡੀ ਲੜਾਈ ਦਾ ਰਾਹ ਖੁੱਲ ਗਿਆ ਜੀ। ਇਹਨਾਂ ਨੇ ਕੱਖ ਨਹੀਂ ਕਰਨਾ, ਸਾਨੂੰ ਸੁਪਰੀਮ ਕੋਰਟ ਚੋਂ ਕੋਈ ਨਿਆਂ ਨਹੀਂ ਮਿਲਣਾ, ਕਿਉਂਕਿ ਇਹਨਾਂ ਨੇ ਆਪਣੇ ਹੱਥ ਵਿਧਾਨ ਸਭਾ 'ਚ ਹੀ ਵੱਢ ਲਏ। ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਨੇ ਜਿਹੜੀਆਂ ਇਟਸੈਲਫ, ਉਹ ਜਦੋਂ ਸੁਪਰੀਮ ਕੋਰਟ ਉਹਨਾਂ ਨੂੰ ਸਕਰੂਟੇਨਾਈਜ਼ ਕਰੇਗੀ, ਦੇਖੋ ਨਾ, ਪ੍ਰੋਸੀਡਿੰਗਸ ਆਫ ਦਿਸ ਸਪੈਸ਼ਲ ਸੈਸ਼ਨ ਆਰ ਓਪਨ ਟੂ ਦਾ ਜੁਡੀਸ਼ੀਅਲ ਸਕਰੂਟਨੀ। ਜੀ, ਜਦੋਂ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਨੇ ਇਹਨਾਂ ਨੂੰ ਐਗਜ਼ਾਮਨ ਕਰਨਾ, ਤੇ ਉਹ ਪੁੱਛਣਗੇ, ਜਿਹੜਾ ਵੀ ਇਹਨਾਂ ਦਾ ਵਕੀਲ ਹੋਏਗਾ, ਕਿ ਤੁਸੀਂ ਤਾਂ ਜੂਰੀਡਿਕਸ਼ਨਲ ਡੋਮੇਨ ਆਫ ਦਾ ਪਾਰਲੀਮੈਂਟ ਯੂ ਹੈਵ ਐਕਸੈਪਟਡ, ਜੀ, ਵਾਈ ਹੈਵ ਯੂ ਕਮ ਟੂ ਦਾ ਸੁਪਰੀਮ ਕੋਰਟ। ਸਾਡੇ ਨਾਲ ਉਹੀ ਹੋਏਗਾ ਜੋ ਪਾਣੀਆਂ ਦੇ ਜਿਹੜੇ ਸਮਝੌਤੇ ਅਸੀਂ ਰੱਦ ਕਰਕੇ ਅਸੀਂ ਸੁਪਰੀਮ ਕੋਰਟ ਤੋਂ ਮਾਰ ਖਾਧੀ ਹੈ, ਜੀ। ਉਸ ਤਰ੍ਹਾਂ ਦੀ ਨਮੋਸ਼ੀ ਜਿਹੜੀ ਹੈ ਉਹ ਸਾਨੂੰ ਫੇਰ ਚੱਲਣੀ ਪੈਣੀ ਹੈ। ਅੱਛਾ ਸਰਦਾਰ ਸਾਹਿਬ, ਇੱਕ ਲਾਸਟ ਗੱਲ ਸੁਣ ਲਓ ਜੀ। ਇਸ ਵਿਧਾਨ ਸਭਾ ਦੇ ਸੈਸ਼ਨ ਨੇ ਇੱਕ ਤਾਂ ਝੂਠੀ ਉਮੀਦ ਜਗਾਈ ਕਿਸਾਨ ਜਥੇਬੰਦੀਆਂ ਦੇ ਮਨਾਂ 'ਚ, ਜੀ। ਦੂਜਾ ਕਿਸਾਨਾਂ ਦੇ ਅੰਦੋਲਨ ਦੀ ਇਹਨਾਂ ਨੇ ਫੂਕ ਕੱਢ ਕੇ ਰੱਖ ਦਿੱਤੀ। ਜੇ ਤੁਹਾਨੂੰ ਯਾਦ ਹੋਏਗਾ, ਜੀ, ਮੈਂ ਪਹਿਲਾਂ ਕਿਹਾ ਸੀ ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਸਪੈਸ਼ਲ ਸੈਸ਼ਨ ਕਰੋ, ਮੈਂ ਕਿਹਾ ਸੀ ਕੁਝ ਨਹੀਂ ਹੋਣਾ, ਕੋਈ ਅਧਿਕਾਰ ਨਹੀਂ ਪੰਜਾਬ ਵਿਧਾਨ ਸਭਾ ਕੋਲ, ਤੁਸੀਂ ਕਿਹਾ ਇਹ ਸੀ ਬਸ ਇੱਕ ਤਮਾਸ਼ਾ ਹੋਏਗਾ, ਖਬਰਾਂ ਛਪ ਜਾਣਗੀਆਂ, ਤੁਸੀਂ ਕਹੋਗੇ ਸਾਡੀ ਜਿੱਤ ਆ, ਉਹ ਕਹਿਣਗੇ ਸਾਡੀ ਜਿੱਤ ਹੈ। ਲੇਕਿਨ ਹੁਣ ਅੱਗੇ ਕੀ ਰਾਹ ਹੈਗਾ, ਉਹ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਇੱਕ ਚੀਜ਼ ਜਿਹੜੀ ਸਦਲੀ ਕਿਸਾਨ ਜਥੇਬੰਦੀਆਂ ਨੇ, ਹਾਂ, ਉਹ ਵੀ ਸੋਚਦੇ ਹੋਣਗੇ ਜੀ ਕਿ ਕੁਝ ਕੱਢਿਆ ਪਾਇਆ ਤਾਂ ਹੈ ਨਹੀਂ ਜੀ। ਇਸ ਵਾਸਤੇ ਇਹ ਨਮੋਸ਼ੀ ਦੇ ਆਲਮ ਵਿੱਚੋਂ ਕਿਸਾਨ ਵੀ ਹੁਣ ਗੁਜ਼ਰ ਰਿਹਾ, ਕਿਸਾਨ ਜਥੇਬੰਦੀਆਂ ਵੀ ਗੁਜ਼ਰ ਰਹੀਆਂ ਨੇ। ਇਹਦੀ ਜਦੋਂ ਹੁਣ ਬਾਰੀਕੀ ਦੇ ਨਾਲ ਇਹਦੀ ਪੁਣਛਾਣ ਹੋਏਗੀ ਤਾਂ ਸਮਝ ਆਏਗਾ ਕਿ ਇਹ ਸਾਰੀ ਜਿੰਨੀ ਐਕਸਰਸਾਈਜ਼ ਸੀ, it was a futile exercise, it was an exercise in futility, it was self deception। ਇਹ ਅਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਸੀ, ਪੰਜਾਬ ਨੂੰ ਮੂਰਖ ਬਣਾ ਰਹੇ ਸੀ, ਕਿਸਾਨਾਂ ਨੂੰ ਮੂਰਖ ਬਣਾ ਰਹੇ ਸੀ। ਤੇ ਹੁਣ ਤੇ ਬਸ ਵਾਹਿਗੁਰੂ ਅੱਗੇ ਹੀ ਅਰਦਾਸ ਕਰ ਸਕਦੇ ਆ ਕਿ ਸੱਚੇ ਪਾਤਸ਼ਾਹ ਬਚਾ ਲਾ। ਇੱਕ ਸਵਾਲ, शेर मैं कहना हुन्ना कि मुझे अपने बाजुओं में पनाह दे दो जहां पनाह है जी, क्योंकि मेरी तलाश में है गर्दिशें जमाने की जी। जमाने की तमाम हिलचुल जिहड़ी हैगी है वो किसान नूं, किसानी नूं, पंजाब नूं बर्बाद करन ते तुली हुई है। वो सारे जहान नूं पनाह देण वाला जिहड़ा पनाहगीर है वाहिगुरू, ਉਹਦੇ ਅੱਗੇ ਹੀ ਹੁਣ ਅਰਦਾਸ ਕੀਤੀ ਜਾ ਸਕਦੀ ਹੈ। ਇਹ ਬੰਦਿਆਂ ਤੋਂ ਤੇ ਕੋਈ ਉਮੀਦ ਨਹੀਂ। ਮੈਂ ਤੁਹਾਡੇ ਸਾਹਮਣੇ ਸਾਰਾ ਕੱਚਾ ਚਿੱਠਾ ਰੱਖਦਾ, ਇਹਨੂੰ ਜਿਹੜਾ ਮਰਜ਼ੀ ਐਗਜ਼ਾਮਨ ਕਰ ਲਵੇ, ਜਿਹੜਾ ਮਰਜ਼ੀ ਬੰਦਾ ਮੇਰੇ ਨਾਲ ਇਹਦੀ ਬਹਿਸ ਕਰ ਲਵੇ। ਐਮਐਸਪੀ ਦਾ ਕਹਿਤਾ ਜੀ 3 ਸਾਲ ਦੀ ਸਜ਼ਾ, ਉਹੀ ਸਵਾਲ ਸੀ, ਉਹ ਬੜਾ ਵੱਡਾ ਸਵਾਲ ਸੀ। ਨਾ ਕੇਂਦਰ ਦਾ ਕਾਨੂੰਨ ਆ, ਨਾ ਪੰਜਾਬ ਦਾ ਕਾਨੂੰਨ ਆ। ਤੁਸੀਂ ਕਾਨੂੰਨ ਤੋਂ ਬਿਨਾਂ ਕਿਵੇਂ ਸਜ਼ਾ ਕਰ ਸਕਦੇ? ਨਹੀਂ, ਉਹ ਨੁਕਤਾ ਉਹ ਤੁਹਾਡਾ ਨੁਕਤਾ ਬਹੁਤ ਵੱਡਾ ਸੀਗਾ ਕਿ ਸੱਚਮੁੱਚ ਉਹ ਨੁਕਤਾ ਬਹੁਤ ਅਹਿਮ ਆ ਤੁਹਾਡਾ, ਉਹਨੂੰ ਜ਼ਰਾ ਜ਼ਰੂਰ ਐਲੈਬੋਰੇਟ ਕਰ ਦਿਓ ਕਿ ਕੀ ਪੰਜਾਬ ਵਿਧਾਨ ਸਭਾ ਕੋਲ ਇਸ ਤਰ੍ਹਾਂ ਦੇ ਹੱਕ ਹਕੂਕ ਹੈਗੇ ਨੇ ਕਿ ਉਹ ਐਮਐਸਪੀ ਵਰਗਾ ਕੋਈ ਕਾਨੂੰਨ ਆਪ ਲਿਆ ਸਕੇ? ਜੇਕਰ ਮੰਨ ਲਓ ਇਹ ਐਮਐਸਪੀ ਗਵਰਨਮੈਂਟ ਦੇ ਕਿਸੇ ਵੀ ਕਾਨੂੰਨ ਦਾ ਹਿੱਸਾ ਨਹੀਂ, ਕਿਸੇ ਪਾਰਲੀਮੈਂਟ ਨੇ ਤਸਦੀਕ ਨਹੀਂ ਕੀਤੀ, ਕੋਈ ਐਕਟ ਨਹੀਂ ਬਣਿਆ, ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਦੇ ਉੱਤੇ ਸਜ਼ਾ ਦਾ ਪ੍ਰਾਵਧਾਨ ਤੇ ਬੇਮਾਨੇ ਆ ਆਲਰੇਡੀ, ਕੀ ਪੰਜਾਬ ਸਿੱਧੀ ਖਰੀਦ ਕਰ ਸਕਦਾ ਫਿਰ ਉਹਨੂੰ ਕਿਤੇ ਬਾਹਰ ਵੇਚ ਲੇ? ਇਹ ਵਪਾਰੀ ਵਾਂਗ ਕੰਮ ਕਰ ਸਕਦਾ? ਦੇਖੋ ਅਰਜ਼ ਸੁਣੋ, 3 ਵੱਡੇ ਇੰਸਟੀਟਿਊਸ਼ਨ ਨੇ। ਇੱਕ ਤਾਂ ਹੈਗਾ ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਜੀ, ਜਿਹੜੀ ਸਾਰੀ ਖਰੀਦ ਕਰਦੀ ਸੀ, ਜਿਹੜੀ ਸਟੋਰੇਜ ਦਾ ਇੰਤਜ਼ਾਮ ਕਰਦੀ ਸੀ। ਇਹ FCI ਜਿਹੜੀ ਹੈ that is under the act, ਸਮਝ ਗਏ ਨਾ ਜੀ। ਜਿਹੜਾ MSP ਦਾ ਜਿਹੜਾ ਨਿਜ਼ਾਮ ਹੈਗਾ, ਇਹ ਆਉਂਦਾ ਉਸ ਦੇ ਨਾਲ ਜਿਹੜਾ ਪਹਿਲਾਂ ਸੀ ਐਗਰੀਕਲਚਰ ਪ੍ਰਾਈਸ ਕਮਿਸ਼ਨ ਜੀ, ਬਾਅਦ ਵਿੱਚ ਬਣ ਗਿਆ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਜੀ, ਠੀਕ ਹੈ ਨਾ। ਉਹਨਾਂ ਨੇ ਤੈਅ ਕਰਨਾ ਕਿ ਕਿਹੜੀ ਫਸਲ ਦਾ ਘੱਟੋ ਘੱਟ ਖਰੀਦ ਮੁੱਲ ਕੀ ਹੋਣਾ ਚਾਹੀਦਾ ਜੀ।
ਔਰ ਉਸ ਫਸਲ ਦੀ ਕਾਸਟ ਕੀ ਹੈ ਕਿਸਾਨ ਨੂੰ, ਉਹਦੀ ਇਨਪੁਟਸ ਕੀ ਨੇ, ਉਹਦੇ ਤੇ ਕਿੰਨਾ ਖਰਚਾ ਹੈ ਤੇ ਕਿੰਨਾ ਉਹਨੂੰ ਭਾਅ ਮਿਲਣਾ ਚਾਹੀਦਾ, ਉਹਦਾ ਮੁਨਾਫਾ। ਸਮਝ ਗਏ ਨਾ? ਇਹ MSP ਦੀ ਰეკਮੈਂਡੇਸ਼ਨ ਕਰਦਾ ਹੈ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਜੀ। ਇਹ ਕਮਿਸ਼ਨ ਵੀ ਅੰਡਰ ਦੀ ਸਟੈਚੂਟਸ ਨਹੀਂ ਹੈ, ਇਹਦਾ ਵੀ ਕੋਈ ਐਕਟ ਨਹੀਂ ਹੈ। ਅੱਛਾ, ਇਹਦਾ ਵਜੂਦ ਕਾਨੂੰਨੀ ਨਹੀਂ ਹੈ, ਇਹ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਸਮਝ ਗਏ ਨਾ? ਜੀ। ਇਹ ਜਿਹੜੀਆਂ ਸਿਫਾਰਸ਼ਾਤ ਨੇ ਇਹ ਮੈਂਡੇਟਰੀ ਨਹੀਂ ਹਨ ਸਰਕਾਰ ਦੇ ਵਾਸਤੇ। ਜੀ, ਸਮਝ ਗਏ ਨਾ? ਜੀ। ਇਹ ਰეკਮੈਂਡ ਕਰਕੇ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੂੰ ਭੇਜ ਦਿੰਦਾ। ਪ੍ਰਾਈਮ ਮਿਨਿਸਟਰ ਦੇ ਦਫ਼ਤਰ ਵਿੱਚ ਉਸ ਦੀ ਇੱਕ ਇਕਨੋਮਿਕ ਐਡਵਾਈਜ਼ਰੀ ਕਮੇਟੀ ਹੈ। ਜੀ। ਇਹ ਰეკਮੈਂਡੇਸ਼ਨ ਇਕਨੋਮਿਕ ਐਡਵਾਈਜ਼ਰੀ ਕਮੇਟੀ ਚਲ ਜਾਂਦੀਆਂ ਨੇ। ਉਹ ਫਾਈਨਲ ਕਰਦੇ ਨੇ ਵੀ ਅਸੀਂ ਕੋਈ ਭਾਅ ਵਧਾਉਣਾ ਹੈ ਜਾਂ ਘਟਾਉਣਾ ਹੈ। ਜੋ ਉਹ ਅਪਰੂਵ ਕਰ ਦਿੰਦੇ ਨੇ ਉਹ ਐਲਾਨ ਹੋ ਜਾਂਦਾ ਹੈ। ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ, ਇਹਦਾ ਜਿਹੜਾ ਨਿਜ਼ਾਮ ਹੈਗਾ ਜੀ, ਇਹ ਸਿਰਫ ਹਦਾਇਤ ਹੈ ਗਵਰਨਮੈਂਟ ਦੀ। ਜੀ। ਇੰਸਟਰਕਸ਼ਨਸ ਨੇ, ਲੇਕਿਨ ਸਟੈਚੂਟਰੀ ਪ੍ਰੋਵੀਜ਼ਨ ਕੋਈ ਨਹੀਂ, ਕਾਨੂੰਨ ਕੋਈ ਨਹੀਂ ਹੈ। ਨਾ ਸੈਂਟਰ ਦਾ ਕੋਈ ਕਾਨੂੰਨ ਹੈ, ਨਾ ਸਟੇਟ ਦਾ ਕੋਈ ਕਾਨੂੰਨ ਹੈ। ਹੁਣ ਤੁਸੀਂ 3 ਸਾਲ ਦੀ ਸਜ਼ਾ ਤਾਂ ਸੁਣਾਓਗੇ ਜੇ ਇਹ ਕਾਨੂੰਨ ਹੋਵੇ। ਜੇ ਕਿਸੇ ਕਾਨੂੰਨ ਦੀ ਵਾਇਓਲੇਸ਼ਨ ਹੋਵੇਗੀ ਫੇਰ ਹੀ ਸਜ਼ਾ ਦਿਓਗੇ ਨਾ। ਇਹ ਕਾਨੂੰਨ ਬਣਾ ਲੈਂਦੇ ਜੀ ਪਹਿਲਾਂ ਵਿਧਾਨ ਸਭਾ 'ਚ। ਇਹੀ ਸੀ, ਫਿਰ ਇਹ ਕਾਨੂੰਨ ਬਣਾ ਲੈਂਦੇ। ਸਾਰੇ ਕਾਨੂੰਨ ਤਾਂ ਬਣਾਉਂਦੇ ਨਾ ਜੀ ਜੇ MSP ਅੰਡਰ ਸੈਂਟਰਲ ਲਾਅ ਹੁੰਦੀ। ਜੀ। ਟਰਾਈ ਟੂ ਅੰਡਰਸਟੈਂਡ ਕਿ MSP ਕਾਨੂੰਨ ਹੀ ਨਹੀਂ ਹੈ। ਕਿਵੇਂ ਤੁਸੀਂ ਮਤਲਬ ਪਰਚਾ ਕਿਵੇਂ ਦਰਜ ਕਰੋਗੇ, ਪ੍ਰੋਸੀਕਿਊਸ਼ਨ ਕਿਸ ਤਰ੍ਹਾਂ ਕਰੋਗੇ? ਸਾਰੀ ਚੀਜ਼ ਜਦੋਂ ਇਹ ਲਿਆ ਰਹੇ ਸੀ ਦੇ ਸ਼ੁੱਡ ਹੈਵ ਥੌਟ ਥਰੂ। ਤੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਵਿਚਾਰਨੀਆਂ ਚਾਹੀਦੀਆਂ ਸੀ। ਚੀਫ ਮਿਨਿਸਟਰ ਦੇ ਮੋਢਿਆਂ ਤੇ ਚੜਿਆ ਤਾਂ ਬੈਠਾ ਸੀ ਐਡਵੋਕੇਟ ਜਨਰਲ ਅਤੁਲ ਨੰਦਾ, ਨਾਲ ਉਹਨਾਂ ਨੇ ਕਹਿ ਦਿੱਤਾ ਕਿ ਜੀ ਪ੍ਰਾਈਵੇਟ ਮੈਂਬਰ ਕੋਈ ਸਵਾਲ ਨਹੀਂ ਕਰ ਸਕਦਾ, ਕੁਝ ਵੀ ਨਹੀਂ ਕੋਈ ਸਕਦਾ ਕਿ ਸ਼੍ਰੀਮਾਨ ਜੀ ਇਹਨੂੰ ਐਕਸਪਲੇਨ ਤਾਂ ਕਰੋ। ਜੀ। ਨਾ ਹੀ ਕਿਸੇ ਨੇ ਕੋਈ ਐਕਸਪਲੇਨੇਸ਼ਨ ਮੰਗੀ ਹੈ। ਸੋ ਇਸ ਤਰ੍ਹਾਂ ਦਾ ਤਮਾਸ਼ਾ ਕਰਕੇ ਇਹ ਸਦਨ ਜਿਹੜਾ ਸੀ 3 ਦਿਨ ਦਾ ਉਹ ਉੱਠ ਗਿਆ। ਬਣਨਾ ਬਣਾਉਣਾ ਕੁਛ ਨਹੀਂ, ਨਾ MSP ਦਾ ਕੋਈ ਰਜੀਮ ਆਇਆ। ਵੱਡਾ ਅੰਦੋਲਨ ਭਾਰਤ ਪੂਰੇ ਹਿੰਦੁਸਤਾਨ ਦੇ ਲੈਵਲ ਤੇ ਕਿਸਾਨਾਂ ਦਾ ਕੋਈ ਉੱਠੇ ਜਿਹੜਾ ਮਜਬੂਰ ਕਰੇ ਸਰਕਾਰ ਨੂੰ ਪਾਰਲੀਮੈਂਟ ਦਾ ਸਦਨ ਇਹਦਾ ਇੱਕੋ ਹੀ ਰਸਤਾ ਕਿ ਪਾਰਲੀਮੈਂਟ ਦਾ ਸਦਨ ਦੁਬਾਰਾ ਸੱਦ ਕੇ ਇਹ ਤਿੰਨੇ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰਿਪੀਲ ਕੀਤਾ ਜਾਵੇ ਤੇ ਨਵਾਂ ਜਿਹੜਾ ਹੈਗਾ ਫਾਰਮਰਜ਼ ਪ੍ਰੋਟੈਕਸ਼ਨ ਬਿੱਲ ਜਾਂ ਐਕਟ ਜਿਹੜਾ ਹੈਗਾ 2020 ਉਹ ਪਾਰਲੀਮੈਂਟ ਵਿੱਚ ਲਿਆਂਦਾ ਜਾਵੇ, ਜਾਂ ਇਹ ਪੰਜਾਬ ਅਸੈਂਬਲੀ ਆਪਣਾ ਇੱਕ ਨਵਾਂ ਐਕਟ ਫਾਰਮਰਜ਼ ਪ੍ਰੋਟੈਕਸ਼ਨ ਐਕਟ 2020 ਉਹ ਲਿਆਉਂਦੇ। ਉਹਦੇ ਚ ਕੁਝ ਉਹਦੀਆਂ ਜਿਹੜੀਆਂ ਪ੍ਰੋਵੀਜ਼ਨ ਸੀ ਉਹਨਾਂ ਨੂੰ ਡੀਲ ਕਰਕੇ ਪੇਸ਼ਬੰਦੀ ਹੋ ਸਕਦੀ ਸੀ। ਫਿਰ ਇਹ ਦੋਨੇ ਐਕਟ ਜਿਹੜੇ ਸੀ ਭਾਰਤ ਸਰਕਾਰ ਦੇ ਤੇ ਪੰਜਾਬ ਵਾਲਾ ਐਕਟ, ਇਹ ਇੱਕ ਦੂਜੇ ਨਾਲ ਟਕਰਾਉਂਦੇ, ਮੱਥੇ ਪੜਾਉਂਦੇ, then they could go to the ਸੁਪਰੀਮ ਕੋਰਟ। ਫਿਰ ਸੁਪਰੀਮ ਕੋਰਟ ਇਸ ਨੂੰ ਐਡਜੂਡੀਕੇਟ ਕਰਦੀ ਕਿ ਪੰਜਾਬ ਦੇ ਐਕਟ ਵਿੱਚ ਕਿਹੜੀਆਂ-ਕਿਹੜੀਆਂ ਸੱਚਾਈਆਂ ਨੇ ਜਿਹੜੀਆਂ ਸੈਂਟਰ ਨੂੰ ਮਨਜ਼ੂਰ ਕਰਨੀਆਂ ਚਾਹੀਦੀਆਂ ਨੇ। ਕੰਪੈਰੀਟਿਵ ਸਿਚੁਏਸ਼ਨ ਉਹਨਾਂ ਦੇ ਸਾਹਮਣੇ ਹੁੰਦੀ, ਫਿਰ ਕੰਸਟੀਟਿਊਸ਼ਨਲ ਬੈਂਚ ਜਿਹੜਾ ਸੀ ਐਡਵਾਈਜ਼ਰੀ ਵੀ ਜਾਰੀ ਕਰ ਸਕਦਾ ਸੀ, ਕੋਈ ਫੈਸਲਾ ਵੀ ਕਰ ਸਕਦਾ ਸੀ। ਐਸ ਸੱਚ ਮੈਨੂੰ ਇਹਦੇ ਚ ਕੁਝ ਸੰਭਵ ਨਹੀਂ ਲੱਗਦਾ ਹੈ। ਤੁਸੀਂ ਬੜੇ ਪਾਣੀ ਰਿੜਕਤਾ ਕੁਝ ਵੀ ਹੱਥ ਨਹੀਂ ਆਇਆ, ਨਾ ਪੇੜਾ ਆਇਆ, ਨਾ ਕੁਝ ਆਇਆ, ਨਾ ਲੱਸੀ ਬਣੀ, ਤਮਾਸ਼ਾ ਬਣ ਕੇ ਰਹਿ ਗਿਆ। ਤੁਸੀਂ ਬੜੇ ਵਿਸਥਾਰ ਨਾਲ ਦੱਸਿਆ। ਮੈਨੂੰ ਸਿਰਫ ਇੱਕ ਗੱਲ ਜਾਂਦੇ ਜਾਂਦੇ ਦੱਸਿਓ ਕਿ ਜਦੋਂ ਵਿਧਾਨ ਸਭਾ ਬਣਦੀ ਹੈ, ਜਦੋਂ ਨਵੀਂ ਵਿਧਾਨ ਸਭਾ ਆਉਂਦੇ ਆ MLA ਚੁਣ ਕੇ 117, ਕੀ ਉਹਨਾਂ ਕੋਲ ਪ੍ਰੋਵੀਜ਼ਨ ਹੈ ਜਾਂ ਇਸ ਤਰ੍ਹਾਂ ਦਾ ਪ੍ਰਬੰਧ ਹੈ, ਕਿਉਂਕਿ ਤੁਸੀਂ ਡਿਪਟੀ ਸਪੀਕਰ ਰਹੇ ਹੋ, ਤੁਹਾਨੂੰ ਪਤਾ ਹੈ ਔਰ ਤੁਸੀਂ ਸਟੱਡੀ ਕੀਤੀ ਕਿ 117 ਨੂੰ ਟ੍ਰੇਨਡ ਕੀਤਾ ਜਾਵੇ, ਵਿਧਾਨ ਸਭਾ ਦੀ ਮਰਿਆਦਾ, ਨਿਯਮ, ਹਰ ਚੀਜ਼ ਜਿਹੜੀ ਆ ਉਹ 117 ਨਵੇਂ ਵੀ ਕਾਫੀ ਆਉਂਦੇ ਉਹਨਾਂ ਨੂੰ ਸਿਖਾਈ ਜਾਵੇ। ਜਿਵੇਂ ਤੁਸੀਂ ਦੱਸਿਆ ਕਿ ਕੋਈ ਸਵਾਲ ਹੀ ਨਹੀਂ ਕਰਦਾ, ਕਿਸੇ ਨੇ ਸਵਾਲ ਉਠਾਇਆ ਹੀ ਨਹੀਂ। ਸੋ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੈਗਾ ਵਿਧਾਨ ਸਭਾ ਦੀ ਆਪਣੀ ਵਿਵਸਥਾ 'ਚ? ਦੇਖੋ, ਮੈਂ ਸੁਜੈਸਟ ਕੀਤਾ ਸੀ ਕਿ ਪੰਜਾਬ ਦਾ ਦੇਖੋ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ। MLA ਚੁਣ ਕੇ ਆਉਂਦੇ ਨੇ, 50 ਸਾਲਾਂ ਦੀ ਉਹਨਾਂ ਦੀ ਇੱਕ ਨਿਸ਼ਚਿਤ ਮਿਆਦ ਹੁੰਦੀ ਹੈ ਜੀ।
ਇਹ ਕੋਈ ਇੰਸਟੀਚਿਊਟ ਪੰਜਾਬ ਨੂੰ ਸਟੈਬਲਿਸ਼ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਸਟੇਟਾਂ 'ਚ ਹੈਗੇ ਨੇ, ਬਹੁਤ ਸਾਰੇ ਕੰਟਰੀਜ਼ 'ਚ ਹੈਗੇ ਨੇ, ਈਵਨ ਪਾਕਿਸਤਾਨ ਵਰਗੇ ਕੰਟਰੀ 'ਚ ਜੀ they have an institute of parliamentary studies, research and training। ਜੀ ਮੈਂ ਚੀਫ ਮਿਨਿਸਟਰ ਨੂੰ ਵੀ ਕਿਹਾ ਸੀ ਕਿ ਤੁਸੀਂ ਕੋਈ ਇੱਥੇ ਚੰਡੀਗੜ੍ਹ ਤੇ ਕੋਈ ਪਲਾਟ ਲਓ ਪੰਜਾਬ ਸਰਕਾਰ ਲਈ, ਇੱਥੇ ਇੱਕ ਇੰਸਟੀਚਿਊਟ ਆਫ ਪਾਰਲੀਮੈਂਟਰੀ ਸਟੱਡੀ ਐਂਡ ਟ੍ਰੇਨਿੰਗ ਉਹ ਬਣਾਓ, ਜਿੱਥੇ ਜਿਹੜੇ ਵਿਧਾਨਕਾਰ ਚੁਣ ਕੇ ਆਉਂਦੇ ਨੇ ਉਹਨਾਂ ਦੇ ਰਿਫਰੈਸ਼ਰ ਕੋਰਸ ਲਾਏ ਜਾਣ, ਜੀ ਜਾਂ ਜਿਹੜੇ ਲੋਕ ਨੌਜਵਾਨ ਰਾਜਨੀਤੀ 'ਚ ਨੇ ਜਿਹੜੇ ਆਪਣੇ ਮਨ 'ਚ ਇਹ ਚਾਹ ਰੱਖਦੇ ਨੇ ਕਿ ਅਸੀਂ ਕਦੇ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਬਣਨਾ, ਜੀ ਉਸ ਇੰਸਟੀਚਿਊਸ਼ਨ 'ਚ ਦਾਖਲਾ ਲੈਣ, ਉਹਦੇ 'ਚ ਟ੍ਰੇਨਿੰਗ ਲੈਣ, ਉਹਨਾਂ ਨੂੰ ਪਤਾ ਹੋਵੇ ਔਰ ਉਹ ਪਹਿਲੇ ਦਿਨ ਜਾ ਕੇ ਆਪਣਾ ਕੰਮ ਸ਼ੁਰੂ ਕਰ ਦੇਣ। ਜੀ ਇੱਥੇ ਤਾਂ ਐਸੇ ਐਮਐਲਏਜ਼ ਵੀ ਹੈਗੇ ਨੇ ਜਿਹੜੇ ਹੁਣ 4 ਸਾਲ ਭੁੱਗ ਗਏ ਨੇ, ਸੁੱਚੇ ਮੂੰਹ ਵਾਪਸ ਜਾ ਰਹੇ ਨੇ, ਜਿਨ੍ਹਾਂ ਦਾ ਨਾਂ ਇੱਕ ਵੀ ਕੁਐਸਚਨ ਨਹੀਂ ਹੈ, ਇੱਕ ਵੀ ਕਾਲ ਅਟੈਂਸ਼ਨ ਨੋਟਿਸ ਨਹੀਂ ਹੈ, ਕਦੇ ਉੱਠੇ ਨਹੀਂ, ਕਦੇ ਬੋਲੇ ਨਹੀਂ। ਇਹ ਤਾਂ ਰੈਸਲਿੰਗ ਦਾ ਜਿਹੜਾ ਸੀ ਨਾ ਜੀ ਉਹ ਬਣ ਗਿਆ ਜੀ ਬਈ ਉੱਥੇ ਕਸਰਤੀ ਮਸ਼ਕਾਂ ਕਰਕੇ ਐਮਐਲਏ ਆਪਣੀਆਂ ਫੋਟੋਆਂ ਖਿਚਾ ਕੇ ਉਸ ਤਰੀਕੇ ਨਾਲ ਆ ਰਹੇ ਨੇ। ਜਿਹੜੀ ਦਿਮਾਗੀ ਜਿਹੜੀ ਕਸਰਤ ਸੀ, ਜਿਹੜਾ ਵਿਚਾਰ ਰਿੜਕਿਆ ਜਾਂਦਾ ਸੀ, ਜਿਹੜੀ ਲੌਜਿਕ ਨਾਲ ਗੱਲ ਹੁੰਦੀ ਸੀ ਪਾਰਲੀਮੈਂਟਰੀ, ਇਹ ਤਾਂ ਇੱਕ ਫੋਰਮ ਸੀ ਨਾ ਜੀ ਫਾਰ ਲੌਜੀਕਲ ਡਿਸਕਸ਼ਨ, ਪਾਰਲੀਮੈਂਟਰੀ ਡਿਸਕਸ਼ਨ, ਜੀ ਕਾਨੂੰਨ ਬਣਾਉਣੇ ਸੀ ਇਹਨਾਂ ਨੇ। ਉਹ ਸਾਰਾ ਕੁਝ ਜਿਹੜਾ ਸੀ ਉਹ ਇੱਕ ਰੈਸਲਿੰਗ ਦਾ ਰਿੰਗ ਬਣ ਕੇ ਰਹਿ ਗਈ ਵਿਧਾਨ ਸਭਾ। ਇਸ ਤੋਂ ਵੱਡੀ ਬਦਕਿਸਮਤੀ ਦੀ ਕੋਈ ਗੱਲ ਨਹੀਂ ਹੋ ਸਕਦੀ। ਕਿਸੇ ਦੀ ਦਿਲਚਸਪੀ ਨਹੀਂ ਹੈ ਕਿ ਕੋਈ ਟ੍ਰੇਨਿੰਗ ਲਵੇ, ਕਿਉਂਕਿ ਕੋਈ ਕੰਟਰੀਬਿਊਟ ਕਰਨਾ ਨਹੀਂ ਚਾਹੁੰਦਾ। ਕਿਸੇ ਐਮਐਲਏ ਨੂੰ ਇਹ ਦਿਲਚਸਪੀ ਨਹੀਂ ਹੈ ਕਿ ਮੈਂ ਆਪਣਾ ਜਲਵਾ ਬਖੇਰਾ ਉੱਥੇ ਵਿਚਾਰਾਂ ਨਾਲ, ਜੀ ਤਰਕ ਨਾਲ, ਦਲੀਲ ਨਾਲ। ਸਾਰੇ ਐਮਐਲਏ ਪਤਾ ਨਹੀਂ ਕਿਹੜੀ ਕਿਹੜੀ ਗੱਲ 'ਚ ਮੁਬਤਲਾ ਨੇ, ਉਸ ਪਾਸੇ ਜੋੜਤੇ, ਕੋਈ ਮਾਫੀਏ ਨਾਲ ਜੋੜਤਾ, ਕੋਈ ਰੇਤੇ ਨਾਲ ਜੋੜਤਾ, ਕੋਈ ਕਿਸੇ ਚੀਜ਼ ਨਾਲ ਜੋੜਤਾ, ਮੂੰਹ ਹੀ ਲੋਕਾਂ ਦੇ ਮੁਹਾਰਾਂ ਹੀ ਕਿਸੇ ਹੋਰ ਪਾਸੇ ਮੋੜਤੀਆਂ ਨੇ, ਤੇ ਤਜਾਰਤੀ ਜਿਹੜੀਆਂ ਦਿਲਚਸਪੀਆਂ ਨੇ ਉਹ ਬਣ ਗਈਆਂ। ਤੇ ਇਹ ਜਿਹੜਾ ਵਿਧਾਨ ਕਾਰ ਦਾ ਜਿਹੜਾ ਕੰਮ ਹੋਣਾ ਚਾਹੀਦਾ ਸੀਗਾ, ਉਸ ਪਾਸੇ ਕਿਸੇ ਦੀ ਕੋਈ ਦਿਲਚਸਪੀ ਨਹੀਂ ਰਹੀ ਤੇ ਕਮਰਸ਼ੀਅਲਾਈਜ਼ ਪੋਲਿਟਿਕਸ ਹੋ ਗਈ। ਕਰੋੜਾਂ ਰੁਪਏ ਖਰਚ ਕੇ ਲੋਕ ਇਲੈਕਸ਼ਨਾਂ ਲੜਦੇ ਨੇ ਤੇ ਫਿਰ ਉਹ ਕਰੋੜ ਜਿਹੜਾ 2-4 ਕਰੋੜ ਲਾਉਂਦੇ ਨੇ, ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਇਹਨੂੰ 100-200 ਕਰੋੜ ਬਣਾਈਏ। ਉਹ ਫਿਰ ਵਿਚਾਰ ਨਾਲ ਤਾਂ ਬਣਦਾ ਨਹੀਂ, ਨਾ ਕਿਤਾਬਾਂ ਪੜ੍ਹਨ ਚੋਂ ਮਿਲਣਾ, ਨਾ ਤਰਕ ਤੇ ਦਲੀਲ ਨਾਲ ਮਿਲਣਾ। ਇਹ ਤਾਂ ਦਰਵੇਸ਼ੀ ਹੈ। लेकिन वो फिर शेर है कि अकल आयार है, 100 भेस बना लेती है, इश्क बेचारा, न मुल्ला न काजी न वकील। समझ गए ना ये जेडे किताबां पढ़न दा मस रखण वाले ने वो तो बरूआं तो ही बाहर हो गए ना, वो तो सोच ही नहीं सकते। बिल्कुल बिल्कुल ये किताब दा रिश्ता ही मनफी हो गया जी। विचार जिस सियासत चो विचार मनफी हो जाए, तर्क मनफी हो जाए, दलील मनफी हो जाए ते इखलाक मनफी हो जाए, फिर वो कादी सियासत था। बिल्कुल ठीक। जुदा हो दीन से सियासत तो रह जाती है चंगे, ये तो चंगेजी है जी। एक होर जांदे जांदे है तो बहुत मैं अफसोस नाल वो कह रहा जी, पर मैनू ये कहना पै रहा कि सियासत तो अब एक कोठे की तवायफ है। सियासत तो अब एक कोठे की तवायफ है। मजा तो सब लेते हैं, मोहब्बत कौन करता है? Nobody has a commitment here with polity and politics. सब सेल्फिश काम चल रहा है। सरदार साहब तुसी कंटिन्यूटी बनाई रखो, तुसी लगे रहो, तुसी बहुत मेहरबानी रंधावा साहब, थैंक यू सो मच। बहुत मेहरबानी।